हाँ जी, बहुत-बहुत स्वागत है ਤੁਹਾਡੇ ਆਪਣੇ ਦਵਾਬ ਅਕੈਡਮੀ ਦੇ YouTube ਚੈਨਲ ਤੇ। ਤਾਂ ਇਹ ਆਪਣੀ MCQ ਸੀਰੀਜ਼ ਦੀ ਕਲਾਸ ਨੰਬਰ 8th ਹੈ ਤੇ AC ਸਰਕਟ ਦੀ ਕਲਾਸ ਤੀਸਰੀ ਹੈ। ਤਾਂ ਲਾਸਟ 2 ਲੈਕਚਰ ਵਿੱਚ ਆਪਾਂ AC ਸਰਕਟ ਦੇ 30 MCQs ਕਰ ਚੁੱਕੇ ਹਾਂ। ਤਾਂ ਸਟਾਰਟ ਆਪਾਂ ਕਰਦੇ ਹਾਂ 31st ਕੁਐਸਚਨ ਤੋਂ। ਤਾਂ ਕੁਐਸਚਨ ਹੈ ਆਪਣਾ AC ਸਰਕਟ ਵਿੱਚ ਪਾਵਰ ਦੀ ਖਪਤ ਹੁੰਦੀ ਹੈ ਸਿਰਫ। ਤਾਂ AC ਸਰਕਟ ਵਿੱਚ ਪਾਵਰ ਦੀ ਖਪਤ ਸਿਰਫ ਕਿੱਥੇ ਹੁੰਦੀ ਹੈ? ਆਪਸ਼ਨ ਨੇ ਆਪਣੇ ਕੋਲ ਇੰਡਕਟਰ, ਕੈਪੈਸੀਟਰ, ਰੈਜ਼ਿਸਟਰ ਜਾਂ ਇਹ ਸਾਰੇ। ਤਾਂ ਪਾਵਰ ਦੀ ਖਪਤ ਦੇਖੋ, ਪਾਵਰ ਦੀ ਖਪਤ ਬੇਸਿਕਲੀ ਕਿੰਨੀ ਗੱਲ ਕਰ ਰਿਹਾ? ਰੀਅਲ ਪਾਵਰ ਦੀ, ਰੀਅਲ ਪਾਵਰ। ਤਾਂ ਰੀਅਲ ਪਾਵਰ ਦੀ ਖਪਤ ਸਿਰਫ ਕਿੰਦੇ ਵਿੱਚ ਹੁੰਦੀ ਹੈ? ਹੁੰਦੀ ਹੈ ਰਜਿਸਟਰ ਵਿੱਚ। ਠੀਕ ਹੈ, ਜੋ ਆਪਣਾ ਰਜਿਸਟਰ ਹੈ ਇਹ ਕਿਹੜੀ ਪਾਵਰ ਦੀ ਖਪਤ ਕਰਦਾ ਹੈ? ਰੀਅਲ ਪਾਵਰ ਦੀ, ਰੀਅਲ ਪਾਵਰ ਦੀ। ਤੇ ਇਹਦੇ ਵਿੱਚ ਜੋ ਆਪਣੀ ਰਿਐਕਟਿਵ ਪਾਵਰ ਹੁੰਦੀ ਹੈ, ਰਿਐਕਟਿਵ ਪਾਵਰ ਦੀ ਖਪਤ 0 ਹੁੰਦੀ ਹੈ, 0 ਹੁੰਦੀ ਹੈ। ਠੀਕ ਹੈ, ਤਾਂ ਰਜਿਸਟਰ ਵਿੱਚ ਜੋ ਹੈ ਰੀਅਲ ਪਾਵਰ ਆਪਣੀ ਕੰਜ਼ਿਊਮ ਹੁੰਦੀ ਹੈ ਤੇ ਰਿਐਕਟਿਵ ਪਾਵਰ ਦੀ ਜੋ ਖਪਤ ਹੈ ਉਹ 0 ਹੁੰਦੀ ਹੈ। ਬਾਕੀ ਜੋ ਇੰਡਕਟਰ ਤੇ ਕੈਪੈਸੀਟਰ ਹੈ ਇਹਨਾਂ ਦੋਨਾਂ ਵਿੱਚ ਕੋਈ ਵੀ ਰੀਅਲ ਪਾਵਰ ਯੂਜ਼ ਨਹੀਂ ਹੁੰਦੀ। ਠੀਕ ਹੈ, ਜੇ ਪਿਓਰ ਇੰਡਕਟਰ ਹੋਵੇ ਜਾਂ ਪਿਓਰ ਕੈਪੈਸੀਟਰ ਹੋਵੇ ਉੱਥੇ ਰੀਅਲ ਪਾਵਰ ਯੂਜ਼ ਨਹੀਂ ਹੁੰਦੀ। ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਜੋ ਐਵਰੇਜ ਪਾਵਰ ਹੁੰਦੀ ਹੈ, ਐਵਰੇਜ ਪਾਵਰ, ਠੀਕ ਹੈ, ਉਹ ਵੀ ਕਿੰਨੀ ਹੁੰਦੀ ਹੈ? 0 ਹੁੰਦੀ ਹੈ। ਤਾਂ ਇਹਨਾਂ ਦਾ ਪਾਵਰ ਫੈਕਟਰ ਵੀ ਕਿੰਨਾ ਹੁੰਦਾ? 0 ਹੁੰਦਾ ਹੈ। ਨੈਕਸਟ ਕੁਐਸਚਨ ਹੈ RL ਸਰਕਟ ਵਿੱਚ ਪਾਵਰ ਫੈਕਟਰ ਹੁੰਦਾ ਹੈ। ਤਾਂ RL ਸਰਕਟ ਯਾਨੀ ਕਿ ਰਜਿਸਟਰ, R ਮਤਲਬ ਰਜਿਸਟਰ ਤੇ L ਮਤਲਬ ਇੰਡਕਟਰ। ਠੀਕ ਹੈ, ਤਾਂ ਸਰਕਟ ਵਿੱਚ ਜਿੱਥੇ ਰਜਿਸਟਰ ਵੀ ਹੋਵੇ ਤੇ ਨਾਲ ਇੰਡਕਟਰ ਵੀ ਲੱਗਿਆ ਹੋਵੇ, ਠੀਕ ਹੈ, ਤਾਂ ਸੀਰੀਜ਼ ਸਰਕਟ ਦੀ ਗੱਲ ਕਰ ਰਹੇ ਬੇਸਿਕਲੀ। ਤਾਂ ਰਜਿਸਟਰ ਵੀ ਹੋਵੇ ਤੇ ਇੰਡਕਟਰ ਵੀ ਹੋਵੇ ਤਾਂ ਉੱਥੇ ਆਪਣਾ ਪਾਵਰ ਫੈਕਟਰ ਕਿਸ ਤਰ੍ਹਾਂ ਦਾ ਹੋਏਗਾ? ਤਾਂ ਆਪਸ਼ਨਸ ਨੇ ਆਪਣੇ ਕੋਲ ਲੈਗਿੰਗ, ਲੀਡਿੰਗ, ਯੂਨਿਟੀ ਜਾਂ ਫਿਰ 0। ਤਾਂ ਦੇਖੋ ਜਿੱਥੇ RL ਸਰਕਟ ਹੋਵੇ, ਰਜਿਸਟਰ ਤੇ ਇੰਡਕਟਰ ਲੱਗਿਆ ਹੋਵੇ ਉੱਥੇ ਪਾਵਰ ਫੈਕਟਰ ਕਿਸ ਤਰ੍ਹਾਂ ਦਾ ਹੁੰਦਾ? ਹੁੰਦਾ ਲੈਗਿੰਗ। ਠੀਕ ਹੈ, ਲੈਗਿੰਗ ਪਾਵਰ ਫੈਕਟਰ ਦਾ ਮਤਲਬ ਦੇਖੋ ਜਿਹੜਾ ਆਪਣਾ ਇੰਡਕਟਰ ਹੈ, ਇੰਡਕਟਰ ਵਿੱਚ ਜੋ ਆਪਣਾ ਕਰੰਟ ਹੈ ਉਹ ਵੋਲਟੇਜ ਤੋਂ ਲੈਗ ਕਰਦਾ ਹੈ। ਠੀਕ ਹੈ, ਵੋਲਟੇਜ ਤੋਂ ਲੈਗ ਕਰਦਾ ਹੈ। ਕਿੰਨੇ ਡਿਗਰੀ ਲੈਗ ਕਰਦਾ ਹੈ? 90 ਡਿਗਰੀ। ਠੀਕ ਹੈ, 90 ਡਿਗਰੀ। ਜੇਕਰ ਗੱਲ ਕੀਤੀ ਜਾਵੇ ਪਿਓਰ ਇੰਡਕਟਰ ਦੀ ਤਾਂ 90 ਡਿਗਰੀ ਲੈਗ ਕਰਦਾ ਹੈ। ਪਰ ਦੇਖੋ ਜਿੱਥੇ ਆਪਾਂ ਇੱਕ ਇਹਦਾ ਫੇਜ਼ਰ ਡਾਇਗਰਾਮ ਬਣਾਈਏ ਤਾਂ ਇੱਧਰ ਜੇਕਰ ਆਪਣਾ ਕਰੰਟ ਹੈ ਤਾਂ ਇੱਥੋਂ 90 ਡਿਗਰੀ ਤੇ ਕੀ ਹੋਏਗਾ? ਆਪਣਾ ਇੰਡਕਟਰ ਦੀ ਵੋਲਟੇਜ ਹੋਏਗੀ। ਠੀਕ ਹੈ, ਇੱਥੇ ਯਾਨੀ ਕਿ ਆਪਣੀ ਵੋਲਟੇਜ ਕੀ ਕਰ ਰਹੀ ਹੈ? 90 ਡਿਗਰੀ ਲੀਡ ਕਰ ਰਹੀ ਹੈ ਕਰੰਟ ਤੋਂ। ਤਾਂ ਦੇਖੋ ਜੇਕਰ ਤਾਂ ਪਿਓਰ ਇੰਡਕਟਰ ਹੈ ਤਾਂ ਵੋਲਟੇਜ ਕਿੰਨੀ ਡਿਗਰੀ ਲੀਡ ਕਰੇਗੀ? 90 ਡਿਗਰੀ। ਬਟ ਜੇਕਰ ਨਾਲ ਰਜਿਸਟਰ ਆ ਗਿਆ, ਰਜਿਸਟਰ ਨਾਲ ਕੀ ਹੋਏਗਾ? ਜਿਹੜਾ ਇਹਨਾਂ ਦੋਵਾਂ ਵਿੱਚ ਐਂਗਲ ਹੈ ਉਹ ਘਟ ਜਾਏਗਾ। ਠੀਕ ਹੈ, ਯਾਨੀ ਕਿ ਵੋਲਟੇਜ ਤੇ ਕਰੰਟ ਵਿੱਚ ਐਂਗਲ ਕੀ ਹੋ ਜਾਏਗਾ? ਘਟ ਜਾਏਗਾ। ਤਾਂ ਐਂਗਲ ਘਟਣ ਨਾਲ ਇੱਥੇ ਕੀ ਹੋਏਗਾ? ਜਿਹੜਾ ਆਪਣਾ ਪਾਵਰ ਫੈਕਟਰ ਹੈ, ਪਾਵਰ ਫੈਕਟਰ ਹੁਣ 0 ਨਹੀਂ ਹੋਏਗਾ। ਠੀਕ ਹੈ, ਜਦੋਂ ਦੇਖੋ ਦੋਨਾਂ ਵਿੱਚ ਐਂਗਲ 90 ਡਿਗਰੀ ਸੀ ਉਦੋਂ ਆਪਣਾ ਪਾਵਰ ਫੈਕਟਰ 0 ਸੀ। ਪਰ ਜਦੋਂ ਰਜਿਸਟਰ ਨਾਲ ਕੀ ਹੋਇਆ? ਸਰਕਟ ਵਿੱਚ ਰਜਿਸਟਰ ਨਾਲ ਕੀ ਹੋਇਆ? ਇਹਨਾਂ ਦੋਨਾਂ ਵਿੱਚ ਐਂਗਲ ਘਟ ਗਿਆ ਤਾਂ ਉੱਥੇ ਪਾਵਰ ਫੈਕਟਰ ਦੀ ਵੈਲਿਊ ਕੀ ਹੋ ਜਾਏਗੀ? ਵੱਧ ਜਾਏਗੀ। ਠੀਕ ਹੈ, ਤਾਂ ਪਾਵਰ ਫੈਕਟਰ ਤਾਂ ਆਪਣਾ 0 ਨਹੀਂ ਹੋਏਗਾ, ਵੈਲਿਊ ਵੱਧ ਜਾਏਗੀ। ਪਾਵਰ ਫੈਕਟਰ ਦੀ ਕੁਛ ਨਾ ਕੁਛ ਵੈਲਿਊ ਹੋਏਗੀ, ਜਿਵੇਂ 0.3, 0.4, 0.6, 0.7। ਠੀਕ ਹੈ, ਇਸ ਤਰ੍ਹਾਂ ਕੁਛ ਨਾ ਕੁਛ ਵੈਲਿਊ ਹੋਏਗੀ ਪਾਵਰ ਫੈਕਟਰ ਦੀ। ਪਰ ਉਹ ਵੈਲਿਊ ਕਿਹੜੀ ਹੋਏਗੀ? ਲੈਗਿੰਗ 'ਚ ਹੋਏਗੀ। ਠੀਕ ਹੈ, ਲੈਗਿੰਗ ਵੈਲਿਊ ਹੋਏਗੀ। ਲੈਗਿੰਗ ਵੈਲਿਊ ਦਾ ਮਤਲਬ ਕਿ ਪਾਵਰ ਫੈਕਟਰ ਹਾਲੇ ਵੀ ਆਪਣਾ, ਪਾਵਰ ਫੈਕਟਰ ਵਿੱਚ ਹਾਲੇ ਵੀ ਆਪਣਾ ਇੰਡਕਟਰ ਦਾ ਇਫੈਕਟ ਜ਼ਿਆਦਾ ਹੈ। ਠੀਕ ਹੈ, ਯਾਨੀ ਕਿ ਪਾਵਰ ਫੈਕਟਰ ਹਾਲੇ ਵੀ ਆਪਣਾ ਲੈਗਿੰਗ ਹੈ। ਲੀਡਿੰਗ ਕਦੋਂ ਹੋਏਗਾ? ਜਦੋਂ ਕਪੈਸਿਟੈਂਸ ਜ਼ਿਆਦਾ ਹੋਏਗੀ। ਤੇ ਯੂਨਿਟੀ ਕਦੋਂ ਹੁੰਦਾ? ਜਦੋਂ ਸਿਰਫ ਰਜਿਸਟਰ ਲੱਗਿਆ ਹੋਵੇ। ਜਦੋਂ ਸਿਰਫ ਰਜਿਸਟਰ ਲੱਗਿਆ ਹੋਵੇ ਉਦੋਂ ਯੂਨਿਟੀ ਹੋਏਗਾ। ਇੱਥੇ ਰਜਿਸਟਰ ਦੇ ਨਾਲ ਇੰਡਕਟਰ ਵੀ ਹੈ ਨਾ, ਤੇ ਇੱਥੇ ਪਾਵਰ ਫੈਕਟਰ ਆਪਣਾ ਲੈਗਿੰਗ ਹੋ ਜਾਏਗਾ। ਨੈਕਸਟ RLC, RLC ਯਾਨੀ ਕਿ ਰਜਿਸਟਰ, ਇੰਡਕਟਰ ਤੇ ਕੈਪੈਸੀਟਰ। ਤਾਂ RLC ਰੈਜ਼ੋਨੈਂਟ ਸਰਕਟ ਵੇਲੇ ਇੰਪੀਡੈਂਸ ਹੁੰਦੀ ਹੈ।
ਤਾਂ RLC ਰੈਜ਼ੋਨੈਂਟ ਸਰਕਿਟ। ਹੁਣ ਦੇਖੋ ਰੈਜ਼ੋਨੈਂਟ ਸਰਕਿਟ ਕਦੋਂ ਬਣਦਾ ਆਪਣੇ ਕੋਲ, ਰੈਜ਼ੋਨੈਂਟ ਸਰਕਿਟ। ਤਾਂ ਰੈਜ਼ੋਨੈਂਟ ਸਰਕਿਟ ਦੀ ਕੰਡੀਸ਼ਨ ਆਪਣੇ ਕੋਲ ਦੇਖੋ ਕਦੋਂ ਆਉਂਦੀ ਹੈ, ਆਪਣੇ ਕੋਲ ਇੱਕ ਇੰਪੀਡੈਂਸ ਦਾ ਫਾਰਮੂਲਾ ਹੁੰਦਾ ਹੈ, ਜਦੋਂ ਆਪਣੇ ਕੋਲ ਰਜਿਸਟਰ, ਇੰਡਕਟਰ ਤੇ ਕੈਪੈਸਿਟਰ ਲੱਗੇ ਹੋਣ ਸੀਰੀਜ਼ ਵਿੱਚ, ਤਾਂ ਆਪਾਂ ਇੱਕ ਇੰਪੀਡੈਂਸ ਦਾ ਫਾਰਮੂਲਾ ਕਰਦੇ ਹਾਂ, Z ਬਰਾਬਰ √R² ਪਲੱਸ XL ਮਾਈਨਸ XC ਦਾ ਸਕੇਅਰ। ਠੀਕ ਹੈ, ਤਾਂ ਰੈਜ਼ੋਨੈਂਟ ਸਰਕਿਟ ਦੇਖੋ ਕਦੋਂ ਹੁੰਦਾ ਹੈ, ਜਦੋਂ ਆਪਣਾ XL ਬਰਾਬਰ XC ਹੋ ਜਾਵੇ। ਠੀਕ ਹੈ, ਜਦੋਂ ਆਪਣੀ ਇੰਡਕਟਿਵ ਰਿਐਕਟੈਂਸ ਤੇ ਕੈਪੈਸਿਟਿਵ ਰਿਐਕਟੈਂਸ ਆਪਸ ਵਿੱਚ ਬਰਾਬਰ ਹੋ ਜਾਂਦੇ ਨੇ, ਤਾਂ ਉਦੋਂ ਆਪਣਾ ਸਰਕਿਟ ਕਿਹੜਾ ਹੋ ਜਾਂਦਾ ਹੈ, ਰੈਜ਼ੋਨੈਂਟ ਸਰਕਿਟ, ਰੈਜ਼ੋਨੈਂਟ ਸਰਕਿਟ। ਤਾਂ ਰੈਜ਼ੋਨੈਂਟ ਸਰਕਿਟ ਦੀ ਕੰਡੀਸ਼ਨ ਇਹ ਪੇਪਰ ਤੇ ਜੋ ਕੁਐਸਚਨ ਹੈ ਪੇਪਰ ਵਿੱਚ ਵੀ ਆਇਆ ਸੀ ਰੀਸੈਂਟਲੀ, ਜਿਹੜਾ PSPCL ਦਾ ਲਾਈਨਮੈਨ ਦਾ ਪੇਪਰ ਹੋਇਆ ਸੀ। ਠੀਕ ਹੈ, ਉਹਦੇ ਵਿੱਚ ਵੀ ਇਹ ਕੁਐਸਚਨ ਸੀ ਕਿ ਰੈਜ਼ੋਨੈਂਟ ਸਰਕਿਟ ਕਦੋਂ ਹੁੰਦਾ ਹੈ, ਜਦੋਂ XL ਬਰਾਬਰ XC ਹੋ ਜਾਵੇ। ਤਾਂ XL ਬਰਾਬਰ XC ਹੋਣ ਨਾਲ ਕੀ ਹੋਏਗਾ, ਦੇਖੋ ਜਦੋਂ ਇੱਥੇ XL ਤੇ XC ਬਰਾਬਰ ਹੋ ਜਾਣਗੇ ਤਾਂ ਇਹ ਇੱਕ ਦੂਸਰੇ ਨੂੰ ਕੀ ਕਰ ਦੇਣਗੇ, ਜ਼ੀਰੋ ਕਰ ਦੇਣਗੇ। ਠੀਕ ਹੈ, ਦੇਖੋ ਜਦੋਂ ਦੋਨੋਂ ਸੇਮ ਵੈਲਿਊ ਆਪਸ ਵਿੱਚ ਮਾਈਨਸ ਹੋਣਗੀਆਂ, ਮਾਈਨਸ ਹੋ ਰਹੀਆਂ ਨੇ ਨਾ, ਤਾਂ ਜਦੋਂ ਦੋਨੋਂ ਸੇਮ ਵੈਲਿਊ ਆਪਸ ਵਿੱਚ ਮਾਈਨਸ ਹੋਣਗੀਆਂ ਤਾਂ ਇੱਥੇ ਜ਼ੀਰੋ ਹੋ ਜਾਣਗੇ। ਠੀਕ ਹੈ, ਤਾਂ ਬਚੇਗਾ ਕਿ ਸਿਰਫ ਆਪਣੇ ਕੋਲ ਦੇਖੋ Z ਬਰਾਬਰ √ ਆ ਚੀਜ਼ ਤਾਂ ਸਾਰੀ ਆਪਣੇ ਕੋਲ ਕੀ ਹੋ ਗਈ, ਜ਼ੀਰੋ ਹੋ ਗਈ, ਬਚਿਆ ਕਿ R ਦਾ ਸਕੇਅਰ। ਤਾਂ ਸਕੇਅਰ ਨਾਲ ਆਪਣਾ √ ਕੈਂਸਿਲ ਹੋ ਜਾਏਗਾ, ਬਚੇਗਾ ਆਪਣੇ ਕੋਲ Z ਬਰਾਬਰ R। ਠੀਕ ਹੈ, Z ਬਰਾਬਰ R। ਤਾਂ ਦੇਖੋ ਇਹਦਾ ਮਤਲਬ ਜਦੋਂ ਹੁਣ ਇੰਪੀਡੈਂਸ ਦੀ ਵੈਲਿਊ ਕਿੰਨੇ ਬਰਾਬਰ ਆ ਗਈ, R ਦੇ ਬਰਾਬਰ ਆ ਗਈ, ਯਾਨੀ ਕਿ ਰੈਜ਼ਿਸਟੈਂਸ ਦੇ ਬਰਾਬਰ ਆ ਗਈ। ਤਾਂ ਇਹਦਾ ਮਤਲਬ ਜਿਹੜੀ ਟੋਟਲ ਇੰਪੀਡੈਂਸ ਸੀ ਆਪਣੀ ਉਹ ਘਟ ਗਈ। ਠੀਕ ਹੈ, ਇੱਥੇ ਜੋ ਆਪਣੀ ਟੋਟਲ ਇੰਪੀਡੈਂਸ ਸੀ ਘਟ ਗਈ। ਕਿਵੇਂ ਘਟੀ, ਦੇਖੋ ਹੁਣ ਜੇ ਇੱਧਰ ਕੁਛ ਨਾ ਕੁਛ ਵੈਲਿਊ ਹੁੰਦੀ ਇਹਨਾਂ ਦੀ, ਜਿਵੇਂ XL ਮਾਈਨਸ XC, ਕੁਛ ਨਾ ਕੁਛ ਇਹਨਾਂ ਦੀ ਵੈਲਿਊ ਹੁੰਦੀ, ਤਾਂ ਜ਼ੀਰੋ ਦੀ ਥਾਂ ਤੇ ਕੁਛ ਤਾਂ ਆ ਸਕਦਾ ਸੀ 2 4 6। ਠੀਕ ਹੈ, ਕੁਛ ਨਾ ਕੁਛ ਵੈਲਿਊ ਆਉਂਦੀ, ਤਾਂ ਕੁਛ ਨਾ ਕੁਛ ਵੈਲਿਊ ਇਹਦੇ ਨਾਲ ਐਡ ਹੋ ਜਾਂਦੀ, ਤਾਂ ਐਡ ਹੋ ਕੇ ਜੋ ਆਪਣੇ ਕੋਲ ਐਂਡ ਤੇ ਰਿਜ਼ਲਟ ਆਉਂਦਾ ਉਹ ਜ਼ਿਆਦਾ ਆਉਣਾ ਸੀ। ਪਰ ਕਿਉਂਕਿ ਇੱਥੇ ਦੋਵੇਂ ਇੱਕ ਦੂਸਰੇ ਨਾਲ ਕੈਂਸਲ ਹੋ ਗਏ, ਤਾਂ ਬਚਿਆ ਕਿ ਸਿਰਫ ਇੱਥੇ ਆਪਣੇ ਕੋਲ R ਬਚਿਆ। ਤੇ ਯਾਨੀ ਕਿ ਇੱਥੇ ਆਪਣੀ ਇੰਪੀਡੈਂਸ ਕੀ ਹੋਗੀ, ਸਭ ਤੋਂ ਘੱਟ ਹੋਗੀ। ਠੀਕ ਹੈ, ਕਦੋਂ, ਜਦੋਂ XL ਬਰਾਬਰ XC ਹੋ ਗਿਆ, ਜਾਂ ਇਹਨੂੰ ਕਹਿੰਦੇ ਆ ਰੈਜ਼ੋਨੈਂਟ ਸਰਕਿਟ। ਤਾਂ ਰੈਜ਼ੋਨੈਂਟ ਸਰਕਿਟ ਵੇਲੇ ਜੋ ਆਪਣੀ ਇੰਪੀਡੈਂਸ ਹੈ ਉਹ ਰੈਜ਼ਿਸਟੈਂਸ ਦੇ ਬਰਾਬਰ ਹੋ ਜਾਂਦੀ ਹੈ, ਤੇ ਆਪਣੀ ਇੰਪੀਡੈਂਸ ਕੀ ਹੋ ਜਾਂਦੀ, ਸਭ ਤੋਂ ਘੱਟ ਹੋ ਜਾਂਦੀ ਹੈ। ਤਾਂ ਜੇਕਰ ਆਪਣੀ ਇੰਪੀਡੈਂਸ ਘੱਟ ਹੋਗੀ ਤਾਂ ਇੱਥੇ ਕਰੰਟ ਕੀ ਹੋ ਜਾਏਗਾ, ਇੰਪੀਡੈਂਸ ਘੱਟ ਹੋਗੀ ਤਾਂ ਕਰੰਟ, ਆਪਾਂ ਕਰੰਟ ਦਾ ਫਾਰਮੂਲਾ ਲਿਖਦੇ ਹਾਂ ਇੱਕ ਬਰਾਬਰ, AC ਸਰਕਿਟ ਵਿੱਚ ਕਰੰਟ ਦਾ ਫਾਰਮੂਲਾ ਲਿਖਦੇ ਆ I ਬਰਾਬਰ V/Z। ਦੇਖੋ ਇੱਧਰ ਜੇ Z ਘਟ ਗਈ ਤਾਂ ਕਰੰਟ ਆਪਣਾ ਕੀ ਹੋ ਜਾਏਗਾ, ਵੱਧ ਜਾਏਗਾ। ਠੀਕ ਹੈ, ਇੱਥੇ ਆਪਣਾ ਕਰੰਟ ਕੀ ਹੋ ਜਾਂਦਾ, ਵੱਧ ਜਾਂਦਾ ਹੈ। ਕਦੋਂ, ਰੈਜ਼ੋਨੈਂਟ ਸਰਕਿਟ ਵੇਲੇ XL ਬਰਾਬਰ XC। ਨੈਕਸਟ ਹੈ ਘਰੇਲੂ 220 ਵੋਲਟ ਦੀ AC ਸਪਲਾਈ ਨੂੰ ਦਰਸਾਇਆ ਜਾਂਦਾ ਹੈ ਭਾਰਤ ਵਿੱਚ। ਤਾਂ ਜਿਹੜੀ ਆਪਣੀ ਡੋਮੈਸਟਿਕ ਸਪਲਾਈ ਹੁੰਦੀ ਹੈ 220 ਵੋਲਟ ਦੀ ਘਰੇਲੂ ਸਪਲਾਈ ਹੁੰਦੀ ਹੈ, ਉਸ ਦੀ ਆਪਾਂ ਕਿਹੜੀ ਵੈਲਿਊ ਯੂਜ਼ ਕਰਦੇ ਹਾਂ, ਐਵਰੇਜ ਵੈਲਿਊ, RMS ਵੈਲਿਊ, ਪੀਕ ਵੈਲਿਊ, ਜਾਂ ਫਿਰ ਮੈਕਸਿਮਮ ਵੈਲਿਊ। ਤਾਂ ਇਹਦਾ ਰਾਈਟ ਆਂਸਰ ਹੋਏਗਾ RMS ਵੈਲਿਊ। ਠੀਕ ਹੈ, ਜਿਹੜੀ ਆਪਣੀ AC ਸਪਲਾਈ ਆਪਣੀ 220 ਵੋਲਟ ਘਰੇਲੂ ਸਪਲਾਈ ਆਉਂਦੀ ਹੈ, ਉਹ ਆਪਾਂ ਕਿਹੜੀ ਵੈਲਿਊ ਯੂਜ਼ ਕਰਦੇ ਹਾਂ, ਉਹਦੀ RMS ਵੈਲਿਊ ਯੂਜ਼ ਕਰਦੇ ਹਾਂ। 5th ਕੁਐਸਚਨ ਹੈ ਆਪਣਾ, AC ਕਰੰਟ ਅਤੇ ਵੋਲਟੇਜ ਲਈ ਇੱਕ ਪੂਰਾ ਚੱਕਰ। ਤਾਂ AC ਕਰੰਟ ਅਤੇ ਵੋਲਟੇਜ ਲਈ ਇੱਕ ਪੂਰਾ ਚੱਕਰ ਕਦੋਂ ਬਣਦਾ ਹੈ, ਜਦੋਂ ਉਹਦੇ ਵਿੱਚ 4 ਆਲਟਰਨੇਸ਼ਨ ਜ਼ੋਨ, 1 ਆਲਟਰਨੇਸ਼ਨ ਜ਼ੋਨ, 2 ਆਲਟਰਨੇਸ਼ਨ ਜ਼ੋਨ, ਜਾਂ 3 ਆਲਟਰਨੇਸ਼ਨ ਹੋਣ। ਤਾਂ AC ਕਰੰਟ ਜਾਂ ਵੋਲਟੇਜ, AC ਕਰੰਟ ਜਾਂ ਵੋਲਟੇਜ। ਠੀਕ ਹੈ, ਤਾਂ AC ਕਰੰਟ ਤੇ ਵੋਲਟੇਜ ਕਿਸ ਤਰ੍ਹਾਂ ਦੇ ਹੁੰਦੇ ਨੇ, ਇਹ ਵੇਵ ਫਾਰਮ ਹੁੰਦੀ ਉਹਨਾਂ ਦੀ ਸਾਈਨ ਵੇਵ ਦੀ। ਠੀਕ ਹੈ, ਤਾਂ ਇੱਥੇ ਪੁੱਛਿਆ ਉਹਨਾਂ ਨੇ ਕਿ ਆਲਟਰਨੇਸ਼ਨ, ਦੇਖੋ ਆਲਟਰਨੇਸ਼ਨ ਦਾ ਮਤਲਬ ਕੀ ਹੁੰਦਾ, ਆਲਟਰਨੇਸ਼ਨ ਬੇਸਿਕਲੀ ਕਹਿੰਦੇ ਨੇ ਹਾਫ ਸਾਈਕਲ ਨੂੰ, ਹਾਫ ਸਾਈਕਲ। ਤਾਂ ਇੱਕ ਹਾਫ ਸਾਈਕਲ ਯਾਨੀ ਕਿ ਇੱਕ ਆਲਟਰਨੇਸ਼ਨ। ਤਾਂ ਦੇਖੋ ਜਿਵੇਂ ਇੱਥੇ ਕਿੰਨੇ ਹਾਫ ਸਾਈਕਲ ਨੇ, 2 ਹਾਫ ਸਾਈਕਲ ਨੇ, ਇੱਕ ਇਹ ਪੋਜ਼ਿਟਿਵ ਵਾਲਾ ਹਾਫ ਸਾਈਕਲ ਹੈ ਤੇ ਇੱਕ ਨੈਗੇਟਿਵ ਵਾਲਾ ਹਾਫ ਸਾਈਕਲ ਹੈ। ਉਹਨਾਂ ਨੇ ਪੁੱਛਿਆ ਇੱਕ ਪੂਰਾ ਚੱਕਰ, ਤਾਂ ਇੱਕ ਪੂਰਾ ਚੱਕਰ ਹੈ ਨਾ, ਜਿੱਥੇ ਆਪਣੇ ਕੋਲ 0 ਡਿਗਰੀ ਤੋਂ ਸਟਾਰਟ ਹੋਇਆ ਤੇ 360 ਡਿਗਰੀ ਤੇ ਆਪਣਾ ਕੀ ਹੋ ਗਿਆ, ਠੀਕ ਹੈ, ਆਪਣਾ ਸਾਈਕਲ ਕੰਪਲੀਟ ਹੋ ਗਿਆ। ਤਾਂ ਇਹਦੇ ਵਿੱਚ ਕੀ ਹੋਇਆ, ਇੱਕ ਆਪਣੇ ਕੋਲ ਪੋਜ਼ਿਟਿਵ ਦਾ ਹਾਫ ਸਾਈਕਲ ਆਇਆ,
ਤਾਂ ਇੱਥੇ ਇੱਕ ਆਪਣੇ ਕੋਲ ਨੈਗੇਟਿਵ ਦਾ ਹਾਫ ਸਾਈਕਲ ਆਇਆ। ਤਾਂ ਇਹਦਾ ਮਤਲਬ ਦੇਖੋ, ਹਾਫ ਸਾਈਕਲ ਨੂੰ ਹੀ ਆਪਾਂ ਕਹਿੰਦੇ ਆ ਅਲਟਰਨੇਸ਼ਨ, ਠੀਕ ਹੈ। ਹਾਫ ਸਾਈਕਲ ਨੂੰ ਕਹਿੰਦੇ ਆ ਅਲਟਰਨੇਸ਼ਨ। ਤਾਂ ਪੋਜ਼ਿਟਿਵ ਯਾਨੀ ਕਿ ਇਹ ਪੋਜ਼ਿਟਿਵ ਅਲਟਰਨੇਸ਼ਨ ਹੈ, ਪੋਜ਼ਿਟਿਵ ਅਲਟਰਨੇਸ਼ਨ, ਤੇ ਇਹ ਆਪਣੀ ਨੈਗੇਟਿਵ ਅਲਟਰਨੇਸ਼ਨ। ਤਾਂ ਯਾਨੀ ਕਿ ਇੱਕ ਕੰਪਲੀਟ ਸਾਈਕਲ ਵਿੱਚ ਕਿੰਨੇ ਅਲਟਰਨੇਸ਼ਨ ਆ ਗਏ ਆਪਣੇ ਕੋਲ? 2 ਅਲਟਰਨੇਸ਼ਨ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਅਲਟਰਨੇਸ਼ਨ। ਤਾਂ ਇਹਦਾ ਰਾਈਟ ਆਂਸਰ ਹੋਏਗਾ 2 ਅਲਟਰਨੇਸ਼ਨ, ਠੀਕ ਹੈ। 2 ਅਲਟਰਨੇਸ਼ਨ मतलब कि 2 ਆਪਣੇ ਹਾਫ ਸਾਈਕਲ। ਤਾਂ ਹਾਫ ਸਾਈਕਲ ਨੂੰ ਹੀ ਆਪਾਂ ਅਲਟਰਨੇਸ਼ਨ ਕਹਿੰਦੇ ਆ। ਇੱਕ ਆਪਣਾ ਪੋਜ਼ਿਟਿਵ ਅਲਟਰਨੇਸ਼ਨ, ਇੱਕ ਆਪਣਾ ਨੈਗੇਟਿਵ ਅਲਟਰਨੇਸ਼ਨ। ਆਰ ਐਲ, ਦੇਖੋ ਆਰ ਐਲ ਸਰਕਿਟ ਫਿਰ ਆ ਗਿਆ ਰੈਜ਼ਿਸਟਰ ਦੇ ਨਾਲ ਇੰਡਕਟਰ। ਤਾਂ ਆਰ ਐਲ ਸਰਕਿਟ ਵਿੱਚ ਕਰੰਟ ਅਤੇ ਅਪਲਾਈ ਕੀਤੀ ਗਈ ਵੋਲਟੇਜ ਵਿਚਕਾਰ ਫੇਜ਼ ਅੰਤਰ ਵਧੇਗਾ ਜਦੋਂ। ਤਾਂ ਇੱਥੇ ਉਹਨਾਂ ਨੇ ਪੁੱਛਿਆ ਕਿ ਆਰ ਐਲ ਸਰਕਿਟ ਵਿਚਕਾਰ ਕਰੰਟ ਤੇ ਅਪਲਾਈ ਕੀਤੀ ਗਈ ਵੋਲਟੇਜ ਵਿਚਕਾਰ ਕਦੋਂ ਫੇਜ਼ ਅੰਤਰ ਵਧੇਗਾ। ਤਾਂ ਦੇਖੋ ਆਰ ਐਲ ਸਰਕਿਟ ਦਾ ਜੇਕਰ ਆਪਾਂ ਫੇਜ਼ ਅੰਤਰ ਇੱਥੇ ਡਰੋ ਕਰੀਏ ਤਾਂ ਪਹਿਲਾਂ ਇੰਡਕਟਰ ਦਾ ਡਰੋ ਕਰਦੇ ਆ। ਇੰਡਕਟਰ ਜਿੱਥੇ ਸਿਰਫ ਆਪਣੇ ਕੋਲ ਇੰਡਕਟਰ ਹੋਵੇ। ਤਾਂ ਇੰਡਕਟਰ ਵਿੱਚ ਇਹ ਚੀਜ਼ ਨੂੰ ਤੁਸੀਂ ਧਿਆਨ ਨਾਲ ਸਮਝਣਾ। ਦੇਖੋ ਇੰਡਕਟਰ ਵਿੱਚ ਕੀ ਹੁੰਦਾ, ਜੋ ਆਪਣੀ ਵੋਲਟੇਜ ਹੈ ਉਹ ਲੀਡ ਕਰਦੀ ਹੈ 90 ਡਿਗਰੀ, ਠੀਕ ਹੈ। ਵੋਲਟੇਜ ਆਪਣੀ ਲੀਡ ਕਰਦੀ ਹੈ 90 ਡਿਗਰੀ ਕਰੰਟ ਤੋਂ। ਤਾਂ ਜੇਕਰ ਇਹਦੇ ਵਿੱਚ ਮੈਂ ਰੈਜ਼ਿਸਟੈਂਸ ਐਡ ਕਰਦਾ, ਹੁਣ ਆਰ ਐਲ ਸਰਕਿਟ ਹੈ ਨਾ, ਤਾਂ ਇੰਡਕਟੈਂਸ ਦੇ ਨਾਲ ਨਾਲ ਵਿੱਚ ਕੀ ਹੈ, ਰੈਜ਼ਿਸਟੈਂਸ ਵੀ ਹੈ। ਤਾਂ ਰੈਜ਼ਿਸਟੈਂਸ ਐਡ ਕਰਨ ਨਾਲ ਕੀ ਹੋਏਗਾ, ਦੇਖੋ ਇੱਥੇ ਜੋ ਕਰੰਟ ਤੇ ਵੋਲਟੇਜ ਵਿੱਚ ਇਹ 90 ਡਿਗਰੀ ਦਾ ਐਂਗਲ ਹੈ, ਇਹ 90 ਡਿਗਰੀ ਦਾ ਐਂਗਲ ਕੀ ਹੋ ਜਾਏਗਾ, ਕੱਟ ਦੇਗਾ, ਠੀਕ ਹੈ। ਤਾਂ ਮੰਨ ਕੇ ਚਲੋ ਇੱਥੇ ਕੁਛ ਆ ਜਾਏਗੀ ਆਪਣੀ ਵੋਲਟੇਜ ਐਗਜ਼ਾਮਪਲ ਦੇ ਤੌਰ ਤੇ। ਤਾਂ ਦੇਖੋ 90 ਡਿਗਰੀ ਦਾ ਐਂਗਲ ਕੱਟ ਦੇਗਾ, ਇਹ ਐਂਗਲ ਆਪਣਾ ਕਿੰਨਾ ਵੱਧ ਜਾਏਗਾ, ਮੰਨ ਕੇ ਚਲੋ 5 ਐਂਗਲ ਵੱਧ ਜਾਏਗਾ, ਠੀਕ ਹੈ, 5 ਡਿਗਰੀ। ਕਦੋਂ? ਜਦੋਂ ਮੈਂ ਇੰਡਕਟਰ ਦੇ ਨਾਲ ਰੈਜ਼ਿਸਟੈਂਸ ਨੂੰ ਜੋੜਿਆ, ਠੀਕ ਹੈ। ਤਾਂ ਉਦੋਂ ਕੀ ਹੋ ਗਿਆ, ਵੋਲਟੇਜ ਅਤੇ ਕਰੰਟ ਵਿਚਕਾਰ ਜੋ ਆਪਣਾ ਫੇਜ਼ ਐਂਗਲ ਸੀ ਉਹ ਕੱਟ ਹੋ ਗਿਆ। ਤਾਂ ਫੇਜ਼ ਐਂਗਲ ਕੱਟ ਕਦੋਂ ਹੋਇਆ, ਦੇਖੋ ਜਦੋਂ ਰੈਜ਼ਿਸਟੈਂਸ ਦੀ ਵੈਲਿਊ ਵਧਾਈ ਗਈ। ਤਾਂ ਜਦੋਂ ਰੈਜ਼ਿਸਟੈਂਸ ਵਧਾਇਆ ਜਾਏਗਾ ਉਦੋਂ ਇਹਨਾਂ ਦੋਵਾਂ ਵਿਚਕਾਰ ਫੇਜ਼ ਐਂਗਲ ਕੀ ਹੋਏਗਾ, ਕੱਟ ਹੋਏਗਾ। ਜੇਕਰ ਮੈਂ ਇੱਥੇ ਅੱਛਾ ਫੇਜ਼ ਐਂਗਲ ਵਧੇਗਾ, ਅੱਛਾ ਵਧੇਗਾ ਕਦੋਂ, ਦੇਖੋ ਇਹ ਕਲੀਅਰ ਕਰ ਦਿਓ ਇੱਕ ਵਾਰੀ। ਇੱਥੇ ਇਹਨਾਂ ਨੇ ਪੁੱਛਿਆ ਸੀ ਕਿ ਫੇਜ਼ ਅੰਤਰ ਵਧੇਗਾ ਕਦੋਂ। ਤਾਂ ਦੇਖੋ ਜਦੋਂ ਮੈਂ ਵਿੱਚ ਰੈਜ਼ਿਸਟੈਂਸ ਐਡ ਕਰਿਆ, ਤਾਂ ਰੈਜ਼ਿਸਟੈਂਸ ਐਡ ਕਰਨ ਨਾਲ ਕੀ ਹੋਇਆ, ਇਹਨਾਂ ਦੋਨਾਂ ਵਿਚਕਾਰ ਜੋ ਐਂਗਲ ਸੀ ਉਹ ਆਪਣਾ ਕੀ ਹੋ ਗਿਆ, ਕੱਟ ਹੋ ਗਿਆ, ਠੀਕ ਹੈ। ਹੁਣ ਉਹਨਾਂ ਨੇ ਪੁੱਛਿਆ ਕਿ ਵਿਚਕਾਰ ਫੇਜ਼ ਅੰਤਰ ਵਧੇਗਾ ਕਦੋਂ। ਤਾਂ ਕਦੋਂ ਵਧੇਗਾ, ਜਾਂ ਤਾਂ ਮੈਂ ਰੈਜ਼ਿਸਟੈਂਸ ਨੂੰ ਘਟਾ ਦੇਵਾਂ ਤੇ ਜਾਂ ਫਿਰ ਇੰਡਕਟੈਂਸ ਨੂੰ ਵਧਾ ਦੇਵਾਂ, ਠੀਕ ਹੈ। ਤਾਂ ਇੱਥੇ ਇੰਡਕਟੈਂਸ ਵਧਾਇਆ ਜਾਏ, ਇਹਦਾ ਰਾਈਟ ਆਂਸਰ ਹੋਏਗਾ, ਠੀਕ ਹੈ। ਤੇ ਜਦੋਂ ਇੱਥੇ ਇੰਡਕਟੈਂਸ ਆਪਾਂ ਵਧਾਵਾਂਗੇ ਤਾਂ ਇਹਨਾਂ ਵਿਚਕਾਰ ਜੋ ਫੇਜ਼ ਐਂਗਲ ਸੀ ਜਿਹੜਾ ਘੱਟ ਹੋ ਗਿਆ ਸੀ ਰੈਜ਼ਿਸਟੈਂਸ ਦੇ ਆਉਣ ਨਾਲ, ਉਹ ਦੁਬਾਰਾ ਕੀ ਹੋ ਜਾਏਗਾ, ਆਪਣਾ ਵੱਧ ਜਾਏਗਾ, ਠੀਕ ਹੈ। ਕਦੋਂ? ਜਦੋਂ ਮੈਂ ਇੰਡਕਟੈਂਸ ਨੂੰ ਵਧਾਵਾਂਗਾ। ਤਾਂ ਜੇਕਰ ਰੈਜ਼ਿਸਟੈਂਸ ਆਪਾਂ ਵਧਾਵਾਂਗੇ ਤਾਂ ਫੇਜ਼ ਐਂਗਲ ਇਹਨਾਂ ਵਿੱਚ ਘੱਟ ਹੋ ਜਾਏਗਾ। ਨੈਕਸਟ ਕੁਐਸਚਨ ਹੈ ਆਪਣਾ, ਸ਼ੁੱਧ ਪ੍ਰਤੀਰੋਧ ਸਰਕਿਟ ਵਿੱਚ ਕਰੰਟ ਅਤੇ ਵੋਲਟੇਜ ਵਿਚਕਾਰ ਫੇਜ਼ ਅੰਤਰ ਹੁੰਦਾ ਹੈ। ਤਾਂ ਸ਼ੁੱਧ ਪ੍ਰਤੀਰੋਧ ਸਰਕਿਟ यानी कि प्योर रजिस्टर, ठीक है, प्योर रजिस्टर। ਤਾਂ ਪਿਓਰ ਰਜਿਸਟਰ ਵਿਚਕਾਰ ਪਿਓਰ ਰਜਿਸਟਰ ਦੇ ਵਿੱਚ ਕਰੰਟ ਅਤੇ ਵੋਲਟੇਜ ਵਿਚਕਾਰ ਕਿੰਨੇ ਡਿਗਰੀ ਦਾ ਫੇਜ਼ ਅੰਤਰ ਹੁੰਦਾ ਹੈ, 0 ਡਿਗਰੀ ਦਾ, ਠੀਕ ਹੈ। यानी कि करंट जो वोल्टेज जो करंट है ਤੇ ਨਾਲ ਵੋਲਟੇਜ ਹੈ, ਠੀਕ ਹੈ, ਦੋਨੋਂ ਕੀ ਹੁੰਦੇ ਨੇ, ਸੇਮ ਫੇਜ਼ ਵਿੱਚ ਹੁੰਦੇ ਆ, ਠੀਕ ਹੈ, ਦੋਨੋਂ ਸੇਮ ਫੇਜ਼ ਵਿੱਚ ਹੋਣਗੇ। ਤਾਂ ਕਿੰਨੇ ਡਿਗਰੀ ਦਾ ਫੇਜ਼ ਅੰਤਰ ਹੋਏਗਾ, ਕੁਝ ਵੀ ਨਹੀਂ ਹੋਏਗਾ, ਠੀਕ ਹੈ। ਤਾਂ ਸਮਾਨ ਫੇਜ਼ ਵਿੱਚ ਹੁੰਦੇ ਨੇ, ਸਮਾਨ ਫੇਜ਼, ਵੱਖਰੇ ਨਹੀਂ ਹੁੰਦੇ, 90 ਡਿਗਰੀ ਆਊਟ ਨਹੀਂ ਹੁੰਦੇ, ਠੀਕ ਹੈ। ਤਾਂ ਕਿੰਨੇ ਹੁੰਦੇ ਨੇ, ਸਮਾਨ ਫੇਜ਼ ਵਿੱਚ ਹੁੰਦੇ ਨੇ। ਸਮਾਨ ਫੇਜ਼ ਹੋਣ ਦਾ ਮਤਲਬ ਦੋਨੋਂ ਨਾਲ ਨਾਲ ਫੇਜ਼ ਵਿੱਚ ਹੈ, यानी कि ਉਹਨਾਂ ਵਿੱਚ ਫੇਜ਼ ਅੰਤਰ ਕੀ ਹੈ, 0। ਨੈਕਸਟ ਹੈ ਆਪਣਾ 3 ਫੇਜ਼ ਸਪਲਾਈ ਤੇ ਚੱਲ ਰਿਹਾ ਲੋਡ 0 ਰਿਐਕਟਿਵ ਪਾਵਰ ਲੈ ਰਿਹਾ ਹੈ, ਤਾਂ ਇਸ ਦਾ ਪਾਵਰ ਫੈਕਟਰ ਹੋਵੇਗਾ। ਤਾਂ ਦੇਖੋ ਕੋਈ ਲੋਡ ਹੈ ਆਪਣਾ 3 ਫੇਜ਼ ਸਪਲਾਈ ਦਾ, ਜਿਹੜਾ ਕਿੰਨੀ ਰਿਐਕਟਿਵ ਪਾਵਰ ਲੈ ਰਿਹਾ, 0 ਰਿਐਕਟਿਵ ਪਾਵਰ, ਠੀਕ ਹੈ, 0 ਰਿਐਕਟਿਵ ਪਾਵਰ। ਤਾਂ ਉਹਨਾਂ ਨੇ ਪੁੱਛਿਆ ਕਿ ਇਸ ਦਾ ਪਾਵਰ ਫੈਕਟਰ ਕਿੰਨਾ ਹੋਏਗਾ। ਤਾਂ ਦੇਖੋ ਜਿਹੜੀ ਆਪਣੇ ਕੋਲ 0 ਰਿਐਕਟਿਵ ਪਾਵਰ ਹੁੰਦੀ ਹੈ,
ਉਹ ਕਿਹਦੇ ਵਿੱਚ ਹੁੰਦੀ ਹੈ? ਫਸਟ ਕੁਐਸਚਨ ਵਿੱਚ ਆਪਾਂ ਡਿਸਕਸ ਕਰਿਆ ਸੀ ਕਿ ਜੋ ਜ਼ੀਰੋ ਰਿਐਕਟਿਵ ਪਾਵਰ ਹੈ ਉਹ ਕਿਹਦੇ ਵਿੱਚ ਹੁੰਦੀ ਹੈ? ਰजिस्टर ਵਿੱਚ। रजिस्टर ਵਿੱਚ, ठीक है। जो अपना रजिस्टर है वो जीरो रिएक्टिव पावर कंज्यूम करता है या जीरो रिएक्टिव पावर सोखता है, उनके किसी भी तरह की रिएक्टिव पावर नहीं होंगी। तो जेकर रिएक्टिव पावर नहीं है तो रजिस्टर का पर फैक्टर कितना होंदा है? 1 होंदा है, ठीक है। तो इनका राइट आंसर होएगा पर फैक्टर 1। जो अपना रजिस्टर है इतने मैं लिख देना साइड पर, तुम नोट कर सकते हो कि रजिस्टर विच सिर्फ असल शक्ति होंदी है या फिर खपत कर सकता है, खपत कर सकता है, जिस करके इसका पावर फैक्टर एक होंदा है, ठीक है। दूसरे पासे इस विच कोई भी रिएक्टिव पावर नहीं होंगी, ठीक है। किसी भी रिएक्टिव पावर, किसी भी तरह की रिएक्टिव पावर कंज्यूम नहीं करता। दूसरे पासे इंडक्टर अते कैपेसिटर इन्हां विच रिएक्टिव पावर होंदी है, इन्हां विच रिएक्टिव पावर होंदी है, पर असल शक्ति नहीं होंदी, ठीक है। असल शक्ति नहीं होंदी, बेसिकली रिएक्टिव पावर होंदी नहीं, रिएक्टिव पावर ये कंज्यूम करते हैं, ठीक है। तो नाल ही असल शक्ति भी नहीं होंदी, यानी कि असल शक्ति खपत नहीं करते, तो इस करके इन्हां दा जो पावर फैक्टर होंदा है वो कितना होंदा है? 0 होंदा है, ठीक है। तो ये 2-3 मेन पॉइंट है, तुसी नोट कर लियो। नैक्सट है अपना 1 मिली हैनरी इंडक्टर का रिएक्टेंस पता करो जेकर वह DC सप्लाई नाल जुड़िया होया है। तो देखो एक इंडक्टर है, इंडक्टर की जो आपां नूं इंडक्टेंस दिती हुई है वो दिती हुई है 1 मिली हैनरी, ठीक है। तो आप पता की करना है? एक्सल पता करना है। एक्सल यानी कि रिएक्टेंस, इंडक्टिव रिएक्टेंस पता करनी है कि सप्लाई तो DC सप्लाई से। तो DC सप्लाई से जेकर आप इंडक्टर 1 मिली हैनरी का इंडक्टर लगा रहे हैं DC सप्लाई से, तो उनकी इंडक्टिव रिएक्टेंस कितनी होएगी? 0 होएगी, ठीक है। क्यों? देखो इंडक्टिव रिएक्टेंस का फॉर्मूला एक्सल बराबर 2πfL, ठीक है। एक्सल बराबर 2πfL। तो DC सप्लाई की फ्रिक्वेंसी कितनी होंदी है? फ्रिक्वेंसी कितनी होंदी DC सप्लाई की? 0, यानी कि इत्थे एक्सल बराबर 2πf की थां ते 0, ठीक है। तो L की थां ते 1 मिली हैनरी। तो इत्थे 0 नाल की होएगा? ये सारी इक्वेशन की हो जाएगी अपनी? 0 हो जाएगी, ठीक है। तो एक्सल की वैल्यू कितनी आ गई? 0 आ गई। ता करके देखो DC सप्लाई विच इंडक्टर ते कैपेसिटर यूज़ नहीं होंदे, इंडक्टर ते कैपेसिटर यूज़ नहीं होंदे क्योंकि उत्ते फ्रिक्वेंसी का फर्क पैंदा, ठीक है। नैक्सट है अपना जदों फ्रिक्वेंसी वधाई जाए तो रेजोनेंट सर्किट का इंपीडेंस। तो देखो जदों फ्रिक्वेंसी वधाई जाती है किहड़े सर्किट विच? रेजोनेंट सर्किट। हुण आपां पिछे कर चुके हैं कि रेजोनेंट सर्किट कदों होंदा है? जदों एक्सएल बराबर XC हो जाए तो उत्थे अपनी इंपीडेंस कितने बराबर हो जाती है? रजिस्टेंस से, ठीक है। उत्थे इंपीडेंस कितने बराबर हो जाती है? रजिस्टेंस से। तो जेकर आप इत्थे फ्रिक्वेंसी वधाने आ तो फ्रिक्वेंसी देखो वधान नाल रजिस्टेंस उपर कोई फर्क नहीं पएगा, ठीक है। फ्रिक्वेंसी का फर्क अपना पैंदा है इंडक्टर उपर, आप कह सकते हैं इंडक्टिव रिएक्टेंस उपर ते कैपेसिटिव रिएक्टेंस उपर। कैपेसिटिव रिएक्टेंस यानी कि इंडक्टिव रिएक्टेंस यानी कि XL तो कैपेसिटिव रिएक्टेंस XC। तो फ्रिक्वेंसी के चेंज होने नाल इंडक्टिव रिएक्टेंस से फर्क पएगा तो नाल ही कैपेसिटिव रिएक्टेंस से फर्क पएगा, उत्थे रजिस्टेंस से कोई फर्क
नहीं पैना, ठीक है। तो इनका मतलब देखो रेजोनेंट सर्किट च की होंदा पे अपनी इंपीडेंस एकदम रजिस्टेंस से बराबर है। तो जेकर रजिस्टेंस से कोई फर्क नहीं पै रहा फ्रिक्वेंसी का, तो इंपीडेंस से भी कोई फर्क नहीं पेगा, ठीक है। इसे नोट कर लो कि क्योंकि रेजोनेंट सर्किट विच रेजोनेंट सर्किट विच Z बराबर R हो जाता है हुंदा है। इस करके फ्रिक्वेंसी द्वारा फ्रिक्वेंसी के बदलाव द्वारा फ्रिक्वेंसी के बदलाव द्वारा इत्थे प्रभाव नहीं पैंदा, प्रभाव नहीं पैंदा, ठीक है। राइट आंसर होएगा सर्किट का इंपीडेंस समान रहेगा, ठीक है, कोई भी असर नहीं पेगा। एक्टिव पावर ਅਤੇ रिएक्टिव पावर ਦੇ ਵੈਕਟਰ ਜੋੜ ਨੂੰ ਕਿਹਾ ਜਾਂਦਾ ਹੈ ਜਾਂ ਵੈਕਟਰ ਜੋੜ ਕੀ ਦਰਸਾਉਂਦਾ ਹੈ। ਤਾਂ एक्टिव पावर ਅਤੇ रिएक्टिव पावर ਦਾ ਵੈਕਟਰ ਜੋੜ ऑप्शन है अपने को पावर फैक्टर, एपरेंट पावर, लोड फैक्टर या फिर अधिकतम लोड। तो एक्टिव पावर देखो इतने आप शो करते हैं एक्टिव पावर 190 डिग्री से होंगी अपनी, ठीक है। रिएक्ट 90 डिग्री या 90 डिग्री तो घट भी हो सकता है। रिएक्टिव पावर ठीक है। तो एक्टिव पावर तो रिएक्टिव पावर के फेजर सम ਨੂੰ ਆਪਾਂ ਕੀ ਕਹਿੰਦੇ ਆ ਜਾਂ ਸੌਰੀ ਵੈਕਟਰ ਸਮ ਦੇ ਆਪਾਂ ਨੂੰ ਕੀ ਵੈਕਟਰ ਸਮ ਨੂੰ ਆਪਾਂ ਕੀ ਕਹਿੰਦੇ ਆ ਐਪਰੈਂਟ ਪਾਵਰ ਤਾਂ ਆਪਾਂ ਲਿਖਦੇ ਆ ਐਪਰੈਂਟ ਪਾਵਰ इज इक्वल टू अंडर रूट रिएक्टिव का स्केयर प्लस एक्टिव पावर का स्केयर, ठीक है। ये पिछले लेक्चर में आप कर चुके हैं कि एपरेंट पावर बराबर रिएक्टिव स्केयर प्लस एक्टिव का स्केयर उपर अंडर रूट, या इनू आप कह सकते हैं कि एक्टिव पावर तो रिएक्टिव पावर के वैक्टर जोड़ नू, ठीक है, आके अपना वैक्टर का जोड़ है। तो वैक्टर के जोड़ नू आप की कहने आज जी लाइन चली इनू आप की कहने एपरेंट पावर। तो नैक्सट क्वेश्चन है अपना करंट नू आल्टरनेटिंग किया जाता है जदों यह बदले। तो करंट नू आल्टरनेटिंग कदों कहांगे जदों यह तीव्रता बदले, दिशा बदले। तीव्रता मतलब अपना मैगनीट्यूड, ठीक है। दिशा मतलब अपनी डायरेक्शन। तीव्रता दिशा दोनों बदले या इन्हां विचों कोई नहीं। तो एसी करंट नू आल्टरनेटिंग, ठीक है। आल्टरनेटिंग वो चीज़ होंदी है जिहड़ी लगातार अपनी तीव्रता के नाल दिशा चेंज करती है, ठीक है। जिवें आप एग्जाम्पल लेने एसी सर्किट की सॉरी एसी करंट की। तो एसी करंट से देखो की हुंदा है कि जो अपना करंट है वो लगातार की कर रहा है अपनी तीव्रता बदल रहा है। तीव्रता बदलन का मतलब लगातार उनकी वैल्यू चेंज हो रही है। इतने की वैल्यू की सी 0, ठीक है। 0 तो वैल्यू फिर बदलनी स्टार्ट होगी, देखो आ वैल्यू लगातार इनकी वैल्यू बढ़ रही है। तो एक टाइम पर इनकी वैल्यू की होगी मैक्सीमम होगी, ठीक है, जिन्होंने आप कहने पीक वैल्यू। उस बाद फिर कटनी शुरू होगी, फिर 0, फिर देखो हम माइनस में होगी, ऊपर प्लस थी ना नीचे माइनस में, तो फिर माइनस में होगी, ठीक है। तो फिर ऊपर बढ़नी स्टार्ट होगी। तो इस तरह की वैल्यू लगातार की हो रही है चेंज हो रही है। तो वैल्यू चेंज यानी कि तीव्रता चेंज, तो नाल देखो इनकी दिशा भी बदल रही है। पहले इनकी दिशा ऊपर नू सी, फिर हुण नीचे नू, ठीक है। तो प्लस तो फिर माइनस, तो इनकी दिशा भी लगातार चेंज हो रही है। तो तीव्रता तो दिशा जो दोनों बदले जाते हैं वो अपना केड़ा करंट है आल्टरनेटिंग करंट है।